ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਅੱਜ ਆਪਾਂ 7-8 ਮੁੱਦੇ ਤੁਹਾਡੇ ਨਾਲ ਸਾਂਝੇ ਕਰਨੇ ਆ। BC ਦੇ ਵਿੱਚ ਇੱਕ ਕੰਪਨੀ ਦੁਆਰਾ ਕੁਈਨ ਬਣਾਉਣ ਦਾ ਮਾਮਲਾ ਬਹੁਤ ਚਰਚਾ ਦੇ ਵਿੱਚ ਆਇਆ। ਇਹਦੇ ਬਾਰੇ ਕੁਝ ਗੱਲਾਂ ਬਾਤਾਂ ਸਾਹਮਣੇ ਆਈਆਂ, ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਨੋਸਟਰੋਮ ਦੇ ਸਟੋਰ ਬੰਦ ਹੋ ਰਹੇ ਆ, ਹੁਣ ਲਿਸਟ ਆ ਗਈ ਹੈ ਵੀ ਕਿਹੜੇ-ਕਿਹੜੇ ਸਟੋਰ ਕਿੱਥੇ-ਕਿੱਥੇ ਬੰਦ ਹੋ ਰਹੇ ਤੇ ਕੀ ਕਰਨਾ, ਇਹ ਗੱਲਬਾਤ ਕਰਾਂਗੇ। ਮੈਨੀਟੋਬਾ ਦੇ ਵਿੱਚ ਇੱਕ ਮੈਡਵਿਕ ਫਲਾਈਟ ਦੀ ਉਡੀਕ ਕਰ ਰਹੀ ਔਰਤ ਸੀ ਜਿਹੜੀ ਪ੍ਰੈਗਨੈਂਟ ਸੀ, ਪਰ ਫਲਾਈਟ ਨਹੀਂ ਆਈ, ਬੱਚੇ ਦੀ ਮੌਤ ਹੋ ਗਈ। ਕੈਨੇਡਾ ਤੋਂ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਵੱਲੋਂ ਲੋਕ ਜਾ ਰਹੇ ਆ ਤੇ ਅਮਰੀਕਾ ਵਾਲਿਆਂ ਲਈ ਇਸ ਵੇਲੇ ਚਿੰਤਾ ਬਣੀ ਹੈ। ਐਰੀਜ਼ੋਨਾ ਦੇ ਵਿੱਚ ਜਿਹੜਾ ਵਿਅਕਤੀ ਇੱਕ ਫਸਿਆ ਸੀ, ਆਪਾਂ ਕੱਲ੍ਹ ਗੱਲਬਾਤ ਕੀਤੀ ਸੀ ਕਿ ਉਹਦਾ ਬਲੂ ਕ੍ਰਾਸ ਆ ਉਹ ਇੰਸ਼ੋਰੈਂਸ ਕੰਪਨੀ ਬਿੱਲ ਨਹੀਂ ਕਵਰ ਕਰ ਰਹੀ। ਹੁਣ ਸੂਚਨਾ ਇਹ ਵੀ ਕਿ ਉਹਦਾ ਬਿੱਲ ਕਵਰ ਹੋ ਜਾਊਗਾ। ਟੋਰਾਂਟੋ ਏਰੀਆ ਦੇ ਵਿੱਚ ਘਰਾਂ ਦੀਆਂ ਕੀਮਤਾਂ 18% ਘਟੀਆਂ ਦੱਸੀਆਂ ਜਾ ਰਹੀਆਂ ਪਿਛਲੇ ਸਾਲ ਦੇ ਮੁਕਾਬਲੇ। ਤੇ ਕਾਰ ਵਿੱਚ ਰਾਈਡ ਦੇਣ ਦੇ ਬਹਾਨੇ ਇੱਕ ਸੈਕਸ਼ੂਅਲ ਅਸੌਲਟ ਕੀਤਾ ਵਿਅਕਤੀ ਨੇ, ਇਹਦੇ ਬਾਰੇ ਵੀ ਗੱਲਬਾਤ ਕਰਨੀ ਹੈ। ਤੇ ਕੈਨੇਡਾ ਦੇ ਸੂਬੇ ਦੇ ਕਿਹੜੇ ਸੂਬੇ ਦੇ ਵਿੱਚ ਖਾਣ ਵਾਲੀਆਂ ਚੀਜ਼ਾਂ ਕਿੰਨੀਆਂ ਮਹਿੰਗੀਆਂ ਹੋਈਆਂ, ਇਹ ਵੀ ਗੱਲਬਾਤ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ। ਸਭ ਤੋਂ ਪਹਿਲੀ ਗੱਲਬਾਤ ਜਿਹੜੀ ਇੱਕ ਇੱਥੇ ਕੋਕੇਨ ਦਾ ਮਾਮਲਾ ਸਾਹਮਣੇ ਆਇਆ, ਉਹਦੇ ਉੱਤੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਕੱਲ੍ਹ ਵੀਰਵਾਰ ਨੂੰ ਕਿਹਾ ਸੀ ਕਿ ਉਹ ਇਸ ਗੱਲ ਤੋਂ ਬੜੇ ਹੈਰਾਨ ਰਹੇ ਕਿ ਹੈਲਥ ਕੈਨੇਡਾ ਨੇ ਕਿਸ ਤਰ੍ਹਾਂ ਇੱਕ ਕੈਨਾਬਿਸ ਕੰਪਨੀ ਨੂੰ ਇਹ ਦੇ ਦਿੱਤਾ, ਇਹਨੂੰ ਪ੍ਰੋਸੈਸ ਕਰਨ ਦਾ ਰਾਈਟ ਕਿ ਉਹਨਾਂ ਦੇ ਕੋਲ ਕੋਕੀਨ ਜਿਹੜੀ ਆ ਉਹ ਵੇਚ ਸਕਣ, ਕਿ ਉਹਨੂੰ ਬਣਾਉਣਾ ਫਿਰ ਵੇਚਣਾ ਤੇ ਉਹਨੂੰ ਇਸ ਤਰੀਕੇ ਦੇ ਨਾਲ ਕੋਕੇਨ ਦਾ। ਤੇ ਉਹ ਕੰਪਨੀ ਕਹਿੰਦੀ ਵੀ ਸਾਡੇ ਕੋਲ ਲਾਇਸੈਂਸ ਆ, ਸਰਕਾਰ ਸਾਨੂੰ ਦੱਸ ਰਹੀ ਹੈ। ਰੈਸਟਰਾ ਲੈਬਸ ਲੈਂਗਲੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆ, ਉਹਨਾਂ ਨੇ ਸਟੇਟਮੈਂਟ ਦਿੱਤੀ ਕਿ ਹੈਲਥ ਕੈਨੇਡਾ ਨੇ ਉਹਨਾਂ ਨੂੰ ਅਪਰੂਵਲ ਦਿੱਤੀ ਹੈ ਫਰਵਰੀ 17 ਨੂੰ, ਤੇ ਇੱਕ ਅਮੈਂਡਮੈਂਟ ਜਿਹਦੇ ਅੰਡਰ ਕਿ ਕੰਟਰੋਲ ਸਬਸਟੈਂਸ ਡੀਲਰਸ ਦਾ ਲਾਇਸੈਂਸ ਉਹਨਾਂ ਦੇ ਕੋਲ ਹੈਗਾ ਆ। ਤੁਹਾਨੂੰ ਪਤਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 2.5 ਗ੍ਰਾਮ ਤੱਕ ਨਸ਼ਾ ਕੋਲ ਰੱਖਿਆ ਜਾ ਸਕਦਾ। ਫੀਮ ਵੀ ਰੱਖੀ ਜਾ ਸਕਦੀ, ਰੋਡੇ ਵੀ ਰੱਖੀ ਜਾ ਸਕਦੀ ਹੈ, ਕੋਕੇਨ ਵੀ ਰੱਖੀ ਜਾ ਸਕਦੀ ਹੈ, ਮੈਂਥਾਫੈਂਟਾਮਿਨ ਵੀ ਰੱਖੀ ਜਾ ਸਕਦੀ ਹੈ, ਕਈ ਤਰ੍ਹਾਂ ਦੀਆਂ। 2.5 ਗ੍ਰਾਮ ਤੱਕ ਤੁਸੀਂ ਨਸ਼ਾ ਰੱਖ ਲਓ, ਤੁਹਾਨੂੰ ਕੋਈ ਕੁਛ ਨਹੀਂ ਕਹਿੰਦਾ। ਇੱਥੇ ਤੱਕ ਤਾਂ ਗੱਲ ਠੀਕ ਸੀ। ਇਹਨੂੰ ਕਹਿੰਦੇ ਸੀ ਕਿ ਡੀਕ੍ਰਿਮੀਨਲਾਈਜ਼ ਕਰ ਦਿੱਤਾ। ਹੁਣ ਬਈ ਇਹਨੂੰ ਫੜ ਨਹੀਂ ਸਕਦਾ ਕੋਈ, ਤੁਹਾਡੇ 'ਤੇ ਕੇਸ ਨਹੀਂ ਪਊਗਾ, ਤੁਹਾਡਾ ਰੈਕਡ ਨਹੀਂ ਖਰਾਬ ਹੋਊਗਾ ਤੇ ਤੁਸੀਂ ਆਰਾਮ ਦੇ ਨਾਲ ਇਹ ਨਸ਼ਾ ਰੱਖ ਸਕਦੇ ਆ। ਉਹ ਹੁਣ ਇੱਕ ਕੰਪਨੀ, ਲੋਕਾਂ ਨੂੰ ਇਹ ਲੱਗਿਆ ਵੀ ਸ਼ਾਇਦ ਜੇ ਰੱਖ ਸਕਦੇ ਤਾਂ ਇਹਦਾ ਮਤਲਬ ਜਾਂ ਅਸੀਂ ਖਾ ਸਕਦੇ ਹਾਂ, ਇਹਦਾ ਮਤਲਬ ਕਿਤੇ ਉਹ ਲੈ ਕੇ ਹੀ ਖਾਵਾਂਗੇ। ਤੇ ਇਹ ਕੰਪਨੀ ਨੇ ਲੈਂਗਲੀ ਵਾਲੀ ਨੇ ਕਹਿ ਦਿੱਤਾ ਕਿ ਅਸੀਂ ਕੋਕੇਨ ਵੇਚ ਸਕਦੇ ਹਾਂ, ਜੇ ਸਾਡੇ ਕੋਲ ਲਾਇਸੈਂਸ ਆ, ਹੈਲਥ ਕੈਨੇਡਾ ਨੇ ਸਾਨੂੰ ਲਾਇਸੈਂਸ ਦਿੱਤਾ। ਗੱਲ ਤੇ ਇਹ ਵੀ ਬਹੁਤ ਲੋਕਾਂ ਦੇ ਵਿੱਚ ਚਰਚਾ ਦੇ ਵਿੱਚ ਆ ਵੀ ਇਹ ਤੁਸੀਂ ਨਸ਼ਾ ਖੋਲ੍ਹ ਦਿੱਤਾ ਜਾਂ 2.5 ਗ੍ਰਾਮ ਦੀ ਆਗਿਆ ਦੇ ਦਿੱਤੀ, ਪਰ ਹੁਣ ਵੇਚਣ ਲੱਗ ਜੇ ਕੋਈ ਸ਼ਰੇਆਮ ਕੋਕੇਨ, ਇਹ ਤਾਂ ਬਹੁਤ ਵੱਡੀ ਗੱਲ ਹੁੰਦੀ। ਇਹਦੇ ਉੱਤੇ ਹੁਣ ਡੇਵਿਡ ਈਬੀ, ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਕਹਿੰਦੇ ਵੀ ਇੱਦਾਂ ਨਹੀਂ ਅਸੀਂ ਅਲਾਓ ਕਰ ਸਕਦੇ ਕਿਸੇ ਨੂੰ, ਇਹ ਗਲਤ ਗੱਲ ਆ। ਇਹ ਨਹੀਂ ਆ ਕਿ ਆਮ ਪਬਲਿਕ ਨੂੰ ਕੋਈ ਬੰਦਾ ਇਹਨੂੰ ਜਿਹੜਾ ਕਰ ਸਕੇ। ਕੱਲ੍ਹ ਡੇਵਿਡ ਈਬੀ ਨੇ ਵੀ ਜਿਹੜੀ ਨਿਊਜ਼ ਕਾਨਫਰੰਸ ਕੀਤੀ ਸੀਗੀ ਫੰਡਿੰਗ ਦੇ ਮਾਮਲੇ ਦੇ ਵਿੱਚ, ਜਿਹੜੀ ਓਵਰਡੋਜ਼ ਪ੍ਰੀਵੈਂਸ਼ਨ ਤੇ ਮੈਂਟਲ ਹੈਲਥ ਦੇ ਮਾਮਲੇ ਦੇ ਵਿੱਚ, ਤੇ ਉਹਨਾਂ ਨੇ ਜਿਹੜਾ ਇਹਦੇ ਉੱਤੇ ਕਿਹਾ ਸੀ ਕਿ ਜਿੰਨਾ ਚਿਰ ਸਾਨੂੰ ਅੰਗੇਜ ਨਹੀਂ ਕੀਤਾ BC ਸਰਕਾਰ ਨੂੰ, ਉਨਾ ਚਿਰ ਅਸੀਂ ਕਿੱਦਾਂ ਕਹਿ ਸਕਦੇ ਹਾਂ ਇਹਦੇ ਬਾਰੇ। ਪ੍ਰੋਵਿੰਸ ਜਿਹੜਾ ਉਹ ਕਹਿੰਦੇ ਅਸੀਂ ਹੈਲਥ ਕੈਨੇਡਾ ਨੂੰ ਇਹਦੇ ਲਈ ਜਵਾਬਦੇਹ ਕਰਾਂਗੇ ਕਿ ਤੁਸੀਂ ਇਹਨਾਂ ਨੂੰ ਪਰਮਿਸ਼ਨ ਦਿੱਤੀ ਕਿੱਦਾਂ, ਕਿ ਸਾਡੇ ਪ੍ਰੋਵਿੰਸ਼ੀਅਲ ਪਲਾਨ ਦਾ ਹਿੱਸਾ ਆ ਇਹ, ਜਿਹਦੇ ਵਿੱਚ ਜਿਹੜੀ ਐਫਰਟ ਕੀਤੇ ਗਏ ਆ ਉਹਨਾਂ ਦੇ ਓਵਰਡੋਜ਼ ਡੈਥ ਰੇਟ ਨੂੰ ਘੱਟ ਕਰਨ ਦੇ, ਜਿਹਦੇ ਵਿੱਚ ਐਵਰੇਜ ਜਿਹੜੇ 6 ਤੋਂ ਜ਼ਿਆਦਾ ਲੋਕ ਰੋਜ਼ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਰੇ ਆ ਪਿਛਲੇ ਸਾਲ। ਵੀ ਇਹ ਕਿੱਦਾਂ ਹੋ ਗਿਆ। ਜਿਹੜੀ ਸਟੇਟਮੈਂਟ ਹੈਲਥ ਕੈਨੇਡਾ ਨੇ ਦਿੱਤੀ ਆ ਉਹਦੇ 'ਚ ਹੁਣ ਗੱਲ ਕਲੈਰੀਫਾਈ ਕਰ ਦਿੱਤੀ ਆ ਕਿ ਜਿਹੜੀ ਪੈਰਾਮੀਟਰਾਈਜ਼ ਲਾਇਸੈਂਸ ਦੇਣ ਦੇ ਲਈ ਉਹ ਕਹਿੰਦੇ ਕੰਪਨੀ ਨੂੰ ਲਾਇਸੈਂਸ ਦਿੱਤਾ ਗਿਆ ਹੈ, ਇਹਦੇ 'ਚ ਕੋਈ ਗਲਤ ਗੱਲ ਨਹੀਂ, ਪਰ ਇਹ ਵੇਚਣ ਦੇ ਲਈ, ਪਰ ਆਮ ਪਬਲਿਕ ਨੂੰ ਨਹੀਂ। ਜਿਹੜੀ ਸਾਇੰਟੀਫਿਕ ਜਾਂ ਮੈਡੀਕਲ ਪਰਪਸ ਦੇ ਲਈ ਸਿਰਫ ਜੇ ਕੁਛ ਉਹ ਵੇਚਣਾ ਚਾਹੁੰਦੇ ਆ ਕੋਕੇਨ, ਕਿਤੇ ਮੈਡੀਕਲੀ ਚਾਹੀਦੀ ਹੈ ਜਾਂ ਕਿਤੇ ਸਾਇੰਟੀਫਿਕ ਰਿਸਰਚ ਦੇ ਲਈ ਚਾਹੀਦੀ, ਤਾਂ ਉਹਦੇ ਲਈ ਉਹ ਕਰ ਸਕਦੇ ਆ, ਨਾ ਕਿ ਆਮ ਪਬਲਿਕ ਨੂੰ ਦੇ ਸਕਦੇ ਆ। ਉਹ ਕਹਿੰਦੇ ਅਸੀਂ ਆਪਣੇ ਪ੍ਰੋਡਕਟ ਜਿਹੜੇ ਆ ਜਨਰਲ ਪਬਲਿਕ ਦੇ ਲਈ, ਇਹ ਫੈਡਰਲ ਡਿਪਾਰਟਮੈਂਟ ਨੇ ਕਿਹਾ ਕਿ ਇਹ ਪ੍ਰੋਡਕਟ ਨਹੀਂ ਹੋ ਸਕਦੇ। ਸੋ ਗੱਲ ਕਾਫੀ ਹੱਦ ਤੱਕ ਕਲੀਅਰ ਹੋ ਗਈ ਹੈ ਇਹ, ਪਰ ਇਹਦੀ ਚਰਚਾ ਹਜੇ ਤੱਕ ਬਹੁਤ ਹੋ ਰਹੀ ਆ। ਰੈਸਟਰਾ ਲੈਬਸ ਸਿਰਫ ਤੇ ਸਿਰਫ ਦੂਜੇ ਲਾਇਸੈਂਸ ਹੋਲਡਰ ਨੂੰ, ਜਿਨ੍ਹਾਂ ਦੇ ਕੋਲ ਕੋਕੇਨ ਲਿਸਟਡ ਉਹਨਾਂ ਦੇ ਲਾਇਸੈਂਸ ਦੇ ਉੱਤੇ ਹੈਗੀ ਆ, ਜਿਹੜੀਆਂ ਫਾਰਮਾਸਿਸਟ ਨੇ, ਬੇਸਿਕਲੀ ਪ੍ਰੈਕਟੀਸ਼ਨਰ ਨੇ, ਹੌਸਪੀਟਲਸ ਨੇ, ਜਾਂ ਜਿਨ੍ਹਾਂ ਨੂੰ ਰਿਸਰਚ ਪ੍ਰੋਸੈਸ ਦੇ ਲਈ ਐਗਜ਼ੰਪਸ਼ਨ ਆ, ਉਹਨਾਂ ਨੂੰ ਇਹ ਰੈਸਟਰਾ ਲੈਬ ਕੋਕੇਨ ਦੇ ਸਕਦੀ ਹੈ। ਇਹਦਾ ਮਤਲਬ ਇਹ ਸੱਚੇ ਆਪਣੀ ਇਸ ਗੱਲ ਕੋ ਸਾਡੇ ਕੋਲ ਕੋਕੇਨ ਬਣਾਉਣ ਤੇ ਵੇਚਣ ਦਾ ਲਾਇਸੈਂਸ ਆ, ਪਰ ਆਮ ਪਬਲਿਕ ਨੂੰ ਨਹੀਂ। ਇਹ ਗੱਲ ਹੈਲਥ ਕੈਨੇਡਾ ਨੇ ਹੁਣ ਕੀ ਆ, ਸੋ ਜਿਹੜੀ ਡੀਕ੍ਰਿਮੀਨਲਾਈਜੇਸ਼ਨ ਦੇ ਤਹਿਤ
2.5 ਗ੍ਰਾਮ ਡਰੱਗ ਕੋਕੇਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 31 ਜਨਵਰੀ ਨੂੰ ਸ਼ੁਰੂ ਹੋਈ ਸੀਗੀ ਤੇ ਫੈਡਰਲ ਸਰਕਾਰ ਨੇ ਅਪਰੂਵ ਕੀਤਾ ਸੀ ਡੀਕ੍ਰਿਮੀਨਲਾਈਜੇਸ਼ਨ ਨੂੰ। ਤੇ ਜਿਹੜਾ ਇਹਨਾਂ ਦਾ ਇੱਕ ਸਟੈਪ ਹੈਗਾ ਆ ਕਿ ਕਿਸ ਤਰ੍ਹਾਂ ਕ੍ਰਾਈਸਿਸ ਨੂੰ ਕੰਬੈਟ ਕਰਨ ਦੇ ਲਈ ਵਰਤਿਆ ਗਿਆ ਸੀ। ਜਿਹੜੀ ਜਿਹੜੀ ਇਹ ਨਸ਼ੇ ਵਾਲੀਆਂ ਦਵਾਈਆਂ ਆ, ਇਹਨਾਂ ਤੋਂ 11,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਜਿਹੜਾ ਜਦੋਂ ਦੀ 2016 ਦੇ ਵਿੱਚ ਡਿਕਲੇਅਰ ਕੀਤੀ ਹੈ ਇਹ ਐਮਰਜੈਂਸੀ। ਸੋ ਉਸ ਤੋਂ ਲੈ ਕੇ ਫੈਂਟਨਲ ਇੱਕ ਵੱਡਾ ਕਾਜ਼ ਹੈ, ਇਹਦੇ ਵਿੱਚ ਫੈਂਟਨਲ ਦੇ ਨਾਲ ਹੀ ਬਹੁਤੀਆਂ ਮੌਤਾਂ ਹੋ ਰਹੀਆਂ ਤੇ ਉਹਦਾ ਹੱਲ ਕਰਨ ਦੇ ਲਈ ਇਹ ਕੱਢਿਆ ਗਿਆ ਸੀ। ਤੇ ਜਿਹੜਾ ਇਹ ਦੂਜੇ ਹੁਣ ਜਿਹੜੇ BC ਦੇ ਵਿੱਚ ਅਪੋਜੀਸ਼ਨ ਲੀਡਰ ਆ ਉਹ ਇਹ ਕਹਿ ਰਹੇ ਆ ਕਿ ਇਹ ਜਿਹੜਾ ਮੂਵ ਹੈਗਾ ਇਹ ਕੋਕੇਨ ਟ੍ਰੈਫਿਕਿੰਗ ਨੂੰ ਲੀਗਲਾਈਜ਼ ਕਰਨ ਦਾ ਤਰੀਕਾ ਆ, ਕਿ ਬਸ ਜੋ ਕੁਛ ਹੈਗਾ ਵੀ ਨਸ਼ਾ ਪੱਤਾ ਜਿੱਦਾਂ ਮਰਜ਼ੀ ਆਵੇ ਇੱਥੇ, ਜਿੱਦਾਂ ਮਰਜ਼ੀ ਜਿਹੜਾ ਇਹ ਵਿਕੇ। ਸੋ ਇਹਦੇ ਜਿਹੜੇ CEO ਨੇ ਇਹਦੇ ਐਡੈਸਟਰਾ ਦੇ ਮਾਈਕਲ ਫੋਰਬਸ, ਉਹਨਾਂ ਨੇ ਇਹ ਗੱਲ ਕਿਹਾ ਕਿ ਅਸੀਂ ਵੈਲੂਏਟ ਕਰ ਰਹੇ ਹਾਂ ਕਮਰਸ਼ਲਾਈਜੇਸ਼ਨ ਨੂੰ, ਇਹਦੇ ਕਿਸ ਤਰੀਕੇ ਦੇ ਨਾਲ ਬਿਜ਼ਨਸ ਮਾਡਲ ਦੇ ਵਿੱਚ ਫਿੱਟ ਬੈਠਦਾ ਹੈ। ਸੋ ਹੁਣ ਇਸ ਮਾਮਲੇ ਦੇ ਵਿੱਚ ਗੱਲ ਕਾਫੀ ਹੱਦ ਤੱਕ ਕਲੀਅਰ ਹੋ ਗਈ ਆ ਤੇ ਇਸ ਜਿਹੜਾ ਇਹ ਮਾਮਲਾ ਸੀ ਇਹਦੇ ਉੱਤੇ ਜਿਹੜੇ ਕੁਝ ਹੋਰ ਮਾਹਰ ਨੇ ਉਹਨਾਂ ਨੇ ਵੀ ਆਪਣੀ ਰਾਏ ਦਿੱਤੀ ਆ। ਆਟਵਾ ਤੋਂ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉਹਨਾਂ ਨੇ ਵੀ ਕਿਹਾ ਇਹ ਕਿਹੜਾ ਬੜਾ ਸਰਪ੍ਰਾਈਜ਼ਿੰਗ ਗੱਲ ਆ ਉਹਨਾਂ ਦੇ ਲਈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀ ਇਹ ਫਰਮ ਹੈਲਥ ਕੈਨੇਡਾ ਤੋਂ ਲਾਇਸੈਂਸ ਅਮੈਂਡਮੈਂਟ ਉਹਨਾਂ ਨੂੰ ਮਿਲੀਆਂ ਕਿ ਉਹ ਕੋਕੇਨ ਵੇਚ ਸਕਦੇ ਆ। ਉਹ ਕਹਿੰਦੇ ਜਿਹੜੀ ਇਹ ਲੈਂਗਲੀ ਦੀ ਲੈਬ ਆ, ਪ੍ਰਾਈਮ ਮਿਨਿਸਟਰ ਨੇ ਕਿਹਾ ਆ ਕਿ ਇਹਦੇ ਬਾਰੇ ਅਸੀਂ ਦੇਖ ਰਹੇ ਹਾਂ ਕਿ ਕਿਸ ਤਰੀਕੇ ਨਾਲ ਇਹਨਾਂ ਦੇ ਲਾਇਸੈਂਸ ਦੀ ਲੈਂਗੁਏਜ ਚੇਂਜ ਹੋਈ ਆ। ਇਹ ਦੂਜੀ BC ਦੀ ਕੰਪਨੀ ਹੈ ਜਿਹੜੀ ਇਸ ਵੇਲੇ ਕਹਿ ਰਹੀ ਹੈ ਵੀ ਸਾਡੇ ਕੋਲ ਲਾਇਸੈਂਸ ਆ ਕੋਕੇਨ ਵੇਚਣ ਦਾ। ਤੇ ਕੋਕੇਨ ਦੇ ਨਾਲ ਜਿਹੜੀ ਸਭ ਤੋਂ ਖਤਰਨਾਕ ਦਵਾਈ ਇਹ ਡਰੱਗ ਮੰਨੀ ਜਾਂਦੀ MDMA ਦਾ, ਕਿ ਸਾਡੇ ਕੋਲ ਇਹ ਦੋਵਾਂ ਨੂੰ ਵੇਚਣ ਦਾ ਲਾਇਸੈਂਸ ਹੈਗਾ। ਵਿਕਟੋਰੀਆ ਦੀ ਸਨਸ਼ਾਈਨ ਅਰਥ ਲੈਬ ਆ ਜਿਹੜੀ ਇੱਕ ਬਾਇਓਸਾਇੰਸਿਸ ਫਰਮ ਆ, ਜਿਹੜੀ ਇਹ ਕਹਿੰਦੇ ਆ ਕਿ ਸਾਡੇ ਕੋਲ ਜਿਹੜੀ ਇਹ ਚਾਹੁੰਦੀ ਹੈ ਕਿ ਅਸੀਂ ਡਰੱਗ ਦੀ ਸੇਫ ਸਪਲਾਈ ਗਲੋਬਲ ਮਾਰਕੀਟ ਦੇ ਵਿੱਚ ਲੈ ਕੇ ਆਈਏ। ਉਹਨਾਂ ਨੇ ਵੀ ਪਹਿਲਾਂ ਇਹ ਦਾਅਵਾ ਕੀਤਾ ਸੀ। ਹੁਣ ਹੈਲਥ ਕੈਨੇਡਾ ਨੇ ਜਿਹੜੀ ਰਿਟਨ ਸਟੇਟਮੈਂਟ ਦਿੱਤੀ ਹੈ ਉਹਦੇ ਵਿੱਚ ਉਹਨਾਂ ਨੇ ਦੱਸ ਦਿੱਤਾ ਕਿ ਅਸੀਂ ਥੋਰੋਲੀ ਰਿਵਿਊ ਕੀਤਾ ਇਸ ਐਪਲੀਕੇਸ਼ਨ ਨੂੰ ਤਾਂ ਕਿ ਲਾਇਸੈਂਸ ਬਾਰੇ ਹੋਰ ਕਲੈਰਿਟੀ ਹੋ ਸਕੇ। ਫੈਡਰਲ ਏਜੰਸੀ ਇਹ ਕਹਿੰਦੀ ਹੈ ਕਿ ਐਡੈਸਟਰਾ ਲਾਇਸੈਂਸ ਜਿਹੜਾ ਆ ਇਹ ਸਾਇੰਟੀਫਿਕ ਤੇ ਮੈਡੀਕਲ ਪਰਪਸ ਦੇ ਲਈ ਆ, ਇਹਨੂੰ ਦੂਜੀਆਂ ਚੀਜ਼ਾਂ ਦੇ ਨਾਲ ਕਨਫਿਊਜ਼ ਨਾ ਕੀਤਾ ਜਾਵੇ। ਇਹਦਾ ਸਿਰਫ ਇੰਨਾ ਹੀ ਮਤਲਬ ਆ ਕਿ ਇਹ ਜੇ ਕਿਸੇ ਕੋਲ ਅੱਗੇ ਲਾਇਸੈਂਸ ਹੈਗਾ ਉਹਨੂੰ ਦੇ ਸਕਦੇ ਆ, ਨਾ ਕਿ ਇਹ ਆਮ ਪਬਲਿਕ ਨੂੰ ਦੇ ਸਕਦੇ ਆ। ਅਗਲੀ ਗੱਲਬਾਤ ਦੋਸਤੋ, ਨੋਰਡਸਟ੍ਰੋਮ ਜਿਹੜੇ ਸਟੋਰ ਨੇ ਉਹ ਬੰਦ ਹੋ ਰਹੇ ਆ। ਕੱਲ੍ਹ ਹੀ ਇਹ ਖਬਰ ਆ ਗਈ ਸੀਗੀ, ਸਾਰਿਆਂ 13 ਦੀਆਂ 13 ਲੋਕੇਸ਼ਨ ਇਹਨਾਂ ਨੇ ਬੰਦ ਕਰ ਦੇਣੀਆਂ। ਨੋਰਡਸਟ੍ਰੋਮ ਬਹੁਤ ਵੱਡੇ ਇੱਕ ਸਟੋਰ ਆ। ਕੰਪਨੀ ਨੇ ਅਨਾਊਂਸ ਕੀਤਾ ਕਿ ਇਹ ਆਪਣਾ ਸਟੋਰ ਬੰਦ ਕਰ ਰਿਹਾ ਤੇ ਸਿੱਧਾ 2-2.5 ਹਜ਼ਾਰ ਲੋਕਾਂ ਦੀ ਨੌਕਰੀ ਜਾਂਦੀ ਲੱਗਣੀ ਹੈ ਇਹ ਸਟੋਰ ਕੈਨੇਡਾ ਦੇ ਵਿੱਚੋਂ ਬੰਦ ਹੋਣ ਦੇ ਲਈ। ਨੋਰਡਸਟ੍ਰੋਮ ਇੱਕ ਬੜੇ ਲਗਜ਼ਰੀ ਡਿਪਾਰਟਮੈਂਟ ਸਟੋਰ ਚੇਨ ਆ ਜਿਹੜੀ 1900 ਦੇ ਵਿੱਚ 100 ਸਾਲ ਲਗਭਗ ਪਹਿਲਾਂ ਸਿਆਟਲ ਦੇ ਵਿੱਚ ਵਾਸ਼ਿੰਗਟਨ ਦੇ ਵਿੱਚ ਸ਼ੁਰੂ ਹੋਈ ਸੀ। ਕੰਪਨੀ ਤੋਂ ਉਹ ਤੋਂ ਜ਼ਿਆਦਾ 100 ਤੋਂ ਜ਼ਿਆਦਾ ਸਟੋਰ ਤੱਕ ਐਕਸਪੈਂਡ ਹੋ ਗਈ ਹੈ USA ਦੇ ਵਿੱਚ, ਕੈਨੇਡਾ ਦੇ ਵਿੱਚ ਤੇ ਪੁਰਤੋ ਰੀਕੋ ਦੇ ਵਿੱਚ। ਜਿਹੜਾ ਨੋਰਡਸਟ੍ਰੋਮ ਆ ਇਹ ਮੰਨਿਆ ਜਾਂਦਾ ਇਹਨਾਂ ਦਾ ਐਕਸੈਪਸ਼ਨਲ ਜਿਹੜੀ ਕਸਟਮਰ ਸਰਵਿਸ ਆ, ਹਾਈ ਐਂਡ ਫੈਸ਼ਨ ਮਰਚੈਂਡਾਈਜ਼, ਜਿਵੇਂ ਇਹਨਾਂ ਦੇ ਕੋਲ ਕਲੋਥਿੰਗ, ਕੱਪੜੇ, ਸ਼ੂ, ਅਸੈਸਰੀ ਤੇ ਜਿਹੜੀਆਂ ਹੋਰ ਬਿਊਟੀ ਪ੍ਰੋਡਕਟਸ ਨੇ ਇਹਨਾਂ ਦੇ ਵਿੱਚ ਆਮ ਤੌਰ ਦੇ ਉੱਤੇ ਹੁੰਦਾ ਆ। ਇੱਕ ਇਹਨਾਂ ਦਾ ਬੜਾ ਯੂਨੀਕ ਫੀਚਰ ਹੈਗਾ ਹੈ ਕਿ ਪਰਸਨਲ ਕਸਟਮਰ ਸਰਵਿਸ ਦੇ ਉੱਤੇ ਐਮਫਸਾਈਜ਼ ਕਰਦੇ ਆ। ਕੰਪਨੀ ਦੀ ਇੱਕ ਰੈਪੂਟੇਸ਼ਨ ਆ ਕਿ ਜਿਹੜਾ ਨੀਡਸ ਆ ਕਸਟਮਰ ਦੀਆਂ ਉਹਦੇ ਤੱਕ ਜਾਣਾ, ਤੇ ਕਾਫੀ ਇਹਨਾਂ ਦਾ ਸੋਹਣਾ ਇੱਥੇ ਨਾਂ ਆ। ਕਈ ਕੁਛ ਇਹ ਹੋਰ ਕਰਦੇ ਆ, ਜਿਹੜੀ ਫ੍ਰੀ ਅਲਟਰੇਸ਼ਨ ਜਾਂ ਪਰਸਨਲ ਸ਼ਾਪਿੰਗ ਅਪੁਆਇੰਟਮੈਂਟਸ, ਮਤਲਬ ਕਈ ਕੁਛ ਇਹਨਾਂ ਦੇ ਕੋਲ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਉਹ ਕੀਤੀਆਂ ਜਾਂਦੀਆਂ। ਤੇ ਹੁਣ ਇਹਨੂੰ ਇਹ ਬੰਦ ਕਰਨ ਜਾ ਰਹੇ ਆ। ਤੇ ਇਹ ਇਹਨਾਂ ਨੇ ਕਿਹਾ ਵੀ ਅਸੀਂ ਸਾਡੇ ਕੋਲ ਹੈਗਾ, ਇਹਨਾਂ ਦੇ ਕੋਲ ਇੱਕ ਚੈਲੰਜ ਆ ਵੀ ਅਸੀਂ ਨਹੀਂ ਕਰ ਸਕਦੇ ਤੇ ਹੁਣ ਅਸੀਂ ਇਹਨੂੰ ਆਫਟਰ ਜਿਹੜਾ ਬੰਦ ਕਰਨ ਜਾ ਰਹੇ ਹਾਂ। ਬਹੁਤ ਲੰਬਾ ਸਮਾਂ ਬਿਜ਼ਨਸ ਚੱਲਦਾ ਰਿਹਾ ਹੈ। ਤੇ ਇਹ ਸਟੋਰ ਸਭ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਜਿਹੜਾ ਕੈਲਗਰੀ ਦੇ ਵਿੱਚ ਚਨੂਕ ਸੈਂਟਰ ਦੇ ਵਿੱਚ ਸਤੰਬਰ 2014 ਦੇ ਵਿੱਚ ਖੋਲ੍ਹਿਆ ਸੀ। ਉਸ ਤੋਂ ਬਾਅਦ ਇਹਨਾਂ ਨੇ ਐਕਸਪੈਂਡ ਕੀਤਾ ਆਟਵਾ ਦੇ ਵਿੱਚ, ਵੈਨਕੂਵਰ ਦੇ ਵਿੱਚ ਤੇ ਟੋਰਾਂਟੋ ਦੇ ਵਿੱਚ। ਇਹਨਾਂ ਦੇ ਜਿਹੜੇ ਡਿਸਕਾਊਂਟ ਆਊਟਲੈਟ ਆ ਉਹਨੂੰ ਨੋਰਡਸਟ੍ਰੋਮ ਰੈਕ ਕਹਿੰਦੇ ਆ। ਉਹਨਾਂ ਸਟੋਰਾਂ ਦੇ ਉੱਤੇ ਵੀ ਇਹਦਾ ਦੱਸਦੇ ਆ ਕਿ ਅਸਰ ਪਊਗਾ। ਅਨਾਊਂਸਮੈਂਟ ਆਈ ਆ ਜਦੋਂ ਇਹਨਾਂ ਨੇ ਇਹ ਰਿਲੀਜ਼ ਕੀਤੀ ਆ 4th ਕੁਆਰਟਰ ਦੀ ਆਪਣੀ ਸਟੇਟਮੈਂਟ, ਜਿਹਦੇ 'ਚ ਇਹਨਾਂ ਨੇ ਦੱਸਿਆ ਕਿ ਨੈਟ ਅਰਨਿੰਗ $119 ਮਿਲੀਅਨ US ਮਿਲੀਅਨ ਡਾਲਰ ਇਹਨਾਂ ਦਾ ਹੈਗਾ ਆ, ਜਿਹੜਾ ਪੀਰੀਅਡ 28 ਜਨਵਰੀ ਨੂੰ ਖਤਮ ਹੋਇਆ। ਜਿਹਦਾ ਮੁਕਾਬਲਾ ਕੀਤਾ ਜਾਵੇ ਤਾਂ
200 ਮਿਲੀਅਨ ਡਾਲਰ ਸੀਗਾ ਸੇਮ ਪੀਰੀਅਡ ਦੇ ਵਿੱਚ ਪਿਛਲੇ ਸਾਲ, ਮਤਲਬ 100 ਮਿਲੀਅਨ ਤੋਂ ਵੀ ਦੇ ਲਗਭਗ ਇਹ ਘਾਟਾ ਦੱਸਿਆ ਜਾ ਰਿਹਾ, ਪਿਛਲੇ ਸਾਲ ਨਾਲੋਂ ਘੱਟ ਦੱਸਿਆ ਜਾ ਰਿਹਾ। ਹੁਣ ਇਹ ਲੋਕੇਸ਼ਨਸ ਅਲਬਰਟਾ ਦੇ ਵਿੱਚ ਜਿਹੜਾ ਨੂਕ ਸੈਂਟਰ ਆ ਕੈਲਗਰੀ ਦੇ ਵਿੱਚ, ਤੇ ਦੂਜਾ ਡੀਅਰਫੁੱਟ ਮੈਡਿਊ ਕੈਲਗਰੀ, ਨੌਰਡਸਟਰਮ ਰੈਕ ਉੱਥੇ ਆ, ਸਾਊਥ ਐਡਮਿੰਟਨ ਕਾਮਨ ਐਡਮਿੰਟਨ ਦੇ ਵਿੱਚ ਨੌਰਡਸਟਰਮ ਰੈਕ ਆ ਉਹ ਬੰਦ ਹੋ ਰਿਹਾ। BC ਦੇ ਵਿੱਚ ਜਿਹੜਾ ਲੈਂਗਲੀ ਦੇ ਵਿੱਚ ਵਿਲਬਰੁਕ ਸ਼ਾਪਿੰਗ ਸੈਂਟਰ ਆ ਲੈਂਗਲੀ ਵਾਲਾ ਉਹ ਬੰਦ ਹੋ ਰਿਹਾ, ਤੇ ਪੈਸੀਫਿਕ ਸੈਂਟਰ ਵੈਨਕੂਵਰ, ਦੋ ਹੀ ਨੇ ਇੱਥੇ, ਇਹ ਦੋਵੇਂ ਬੰਦ ਹੋ ਰਹੇ। ਅੰਟੈਰੀਓ ਦੇ ਵਿੱਚ ਜਿਹੜਾ ਹਾਰਟਲੈਂਡ ਟਾਊਨ ਸੈਂਟਰ ਆ ਮਿਸੀਸਾਗਾ ਦੇ ਵਿੱਚ ਉਹ ਬੰਦ ਹੋ ਰਿਹਾ। ਰੇਡੀਓ ਸੈਂਟਰ ਆਟਵਾ ਦੇ ਵਿੱਚ ਬੰਦ ਹੋਇਆ। ਆਟਵਾ ਟ੍ਰੇਨ ਯਾਰਡ ਆਟਵਾ ਬੰਦ ਹੋ ਰਿਹਾ। ਸ਼ੈਰੀ ਗਾਰਡਨ ਟੋਰਾਂਟੋ ਦੇ ਵਿੱਚ ਬੰਦ ਹੋ ਰਿਹਾ। ਈਟਨ ਸੈਂਟਰ ਟੋਰਾਂਟੋ ਦੇ ਵਿੱਚ, ਇਸੇ ਤਰ੍ਹਾਂ ਯਾਰਕਡੇਲ ਸੈਂਟਰ ਟੋਰਾਂਟੋ ਦੇ ਵਿੱਚ, ਤੇ ਵਨ ਬਲੂਰ ਜਿਹੜਾ ਉਹ ਟੋਰਾਂਟੋ ਦੇ ਵਿੱਚ, ਤੇ ਵਾਗਨ ਮਿਲਜ਼ ਜਿਹੜਾ ਵਾਗਨ ਦੇ ਵਿੱਚ ਇਹ ਸਟੋਰ ਦੱਸਦੇ ਆ ਕਿ ਬੰਦ ਹੋ ਰਿਹਾ। ਜਿਹੜਾ ਬਹੁਤ ਮਸ਼ਹੂਰ ਕੱਪੜੇ ਦਾ ਤੇ ਹੋਰ ਸਮਾਨ ਦਾ ਸਟੋਰ ਸੀ ਉਹ ਇਸ ਵੇਲੇ ਇਹਨਾਂ ਥਾਵਾਂ ਤੋਂ ਬੰਦ ਹੋ ਰਿਹਾ। ਮੈਨੀਟੋਬਾ ਦੇ ਵਿੱਚ ਇੱਕ ਬਹੁਤ ਸੀਰੀਅਸ ਪ੍ਰੈਗਨੈਂਸੀ ਕੰਪਲੀਕੇਸ਼ਨ ਆਈ ਆ, ਜਿਹਦੇ ਵਿੱਚ ਕਿ ਉਹਨੂੰ ਕਈ ਘੰਟੇ ਉਡੀਕ ਕਰਨ ਤੋਂ ਬਾਅਦ ਉਹ ਔਰਤ ਕੇ ਮੈਡੀਵੈਕ ਫਲਾਈਟ ਆਊਗੀ, ਉਹਨੂੰ ਲੈ ਕੇ ਮੈਡੀਕਲ ਇੰਟਰਵੈਂਸ਼ਨ ਦੇ ਲਈ ਦੂਸਰੇ ਹਸਪਤਾਲ ਦੇ ਵਿੱਚ ਜਾਊਗੀ, ਤੇ ਉਹਦਾ ਜਿਹੜਾ ਬੱਚਾ ਉਹਨੇ ਡਿਲੀਵਰ ਕਰਨਾ ਆ, ਉਹ ਕਹਿੰਦੇ ਉਡੀਕ ਕਰਦੀ ਕਰਦੀ ਉਹਦੇ ਬੱਚੇ ਦੀ ਮੌਤ ਹੋ ਗਈ। ਇਹ ਜਿਹੜੀ ਫਲਾਈਟ ਹੁੰਦੀ ਆ, ਇੱਥੇ ਤੁਹਾਨੂੰ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਮੈਡੀਵੈਕ ਜਿਹੜੀ ਆ ਏਅਰਕ੍ਰਾਫਟ ਨੇ, ਜਿਹੜੇ ਏਅਰ ਐਂਬੂਲੈਂਸ ਵਾਂਗੂ 24 ਘੰਟੇ 365 ਦਿਨ ਸਾਲ ਦੇ ਮਤਲਬ ਹੁੰਦੇ ਆ, ਤੇ ਮੈਡੀਵੈਕ ਏਅਰਕ੍ਰਾਫਟ ਇਸ ਤਰ੍ਹਾਂ ਦੇ ਨਾਲ ਡਿਜ਼ਾਈਨ ਕੀਤੇ ਹੁੰਦੇ, ਇਹਦੇ ਵਿੱਚ 2 ਸਟ੍ਰੈਚਰ ਹੁੰਦੇ ਆ, ਤੇ ਹੋਰ ਜਿਹੜਾ ਕੰਬੀਨੇਸ਼ਨ ਹੁੰਦਾ ਸਾਰਾ ਕੁਛ, ਤੇ ਕਈ ਫੈਮਿਲੀ ਮੈਂਬਰਸ ਦੇ ਲਈ ਵਰਤਿਆ ਜਾਂਦਾ ਆ। ਤੇ ਹੁਣ ਉਹ ਜਦੋਂ ਇਹ ਔਰਤ ਇੱਕ ਜਿਹੜਾ ਦੂਰ ਜਿਹੜਾ ਇੰਡੀਜੀਨਸ ਕਮਿਊਨਿਟੀ ਦੀ ਇਹ ਔਰਤ ਸੀਗੀ, ਜਿਹੜਾ ਇਹਨੂੰ ਨਾਰਵੇ ਕਰੀ ਨੇਸ਼ਨ, ਤੇ ਉੱਥੇ ਨਾਰਵੇ ਹਾਊਸ ਕਰੀ ਨੇਸ਼ਨ ਜਿਹੜਾ ਕਿ ਥੋੜ੍ਹਾ ਜਿਹਾ ਹਟਵਾਂ ਆ, ਉੱਥੋਂ ਇਹਨੂੰ ਲੈ ਕੇ ਜਾਣਾ ਸੀ ਮੇਨ ਹਸਪਤਾਲ ਦੇ ਵਿੱਚ। ਉਹਨੂੰ ਇਮੀਡੀਏਟ ਹੈਲਪ ਚਾਹੀਦੀ ਸੀਗੀ, ਤੇ ਪਰ ਕਈ ਘੰਟੇ ਲੇਬਰ ਦੇ ਵਿੱਚ ਉੱਥੇ ਉਹ ਕਮਰੇ ਦੇ ਵਿੱਚ ਰਹੀ ਨਾਰਵੇ ਹਾਊਸ ਹਸਪੀਟਲ ਦੇ ਵਿੱਚ, ਜਦੋਂ ਤੱਕ ਕਿ ਉਹਦੀ ਮਤਲਬ ਪੂਰੀ ਫਾਈਟ ਪੂਰੀ ਹੋ ਗਈ। ਤੇ ਕਹਿ ਲਓ ਕਿ ਜਿਹੜਾ ਉਹਦੀ ਫੈਸਿਲਿਟੀ ਦੇ ਵਿੱਚ ਜੇ ਹੋਰ ਥੋਮਸਨ ਸ਼ਹਿਰ ਆ ਇੱਥੇ ਮੈਨੀਟੋਬਾ ਦੇ ਵਿੱਚ, ਜੇ ਉਹ ਕਹਿੰਦੀ ਹੋਰ ਇੱਥੇ ਫੈਸਿਲਿਟੀ ਹੁੰਦੀ ਜਾਂ ਫਲਾਈਟ ਟਾਈਮ 'ਤੇ ਆ ਜਾਂਦੀ ਤਾਂ ਉਹਦਾ ਬੱਚਾ ਬਚ ਸਕਦਾ ਸੀ। ਬੇਬੀ ਬॉय ਸੀ ਜਿਹਦੀ ਇਹ ਮੌਤ ਹੋਈ ਹੈ, ਉਹਨੇ ਵੀਡੀਓ ਦੇ ਵਿੱਚ ਰੋ ਰੋ ਕੇ ਆਪਣੀ ਕਹਾਣੀ ਦੱਸੀ ਹੈ। ਉਹ ਦੱਸਦੀ ਹੈ ਕਿ ਹਸਪਤਾਲ ਦੇ ਵਿੱਚ ਪਹੁੰਚੀ ਹੈ ਜਿੱਥੇ ਉਹਨੂੰ ਪਤਾ ਸੀ ਕਿ ਉਹਦੇ ਮੁੰਡਾ ਹੋਣਾ ਹੈ। ਪਹਿਲਾਂ ਉਹਦਾ ਨਾਂ ਵੀ ਉਹਨੇ ਰੱਖਿਆ ਸੀ ਜੈਸਪਰ, ਤੇ ਉਹ ਕਹਿੰਦੇ ਸਰਵਾਈਵ ਨਹੀਂ ਕਰ ਸਕਿਆ। ਜਿਹੜਾ ਬੇਬੀ ਸੀ ਉਹ ਹਸਪਤਾਲ ਜਾਣ ਦੇ 4 ਮਿੰਟ ਦੇ ਵਿੱਚ ਹੀ ਉੱਥੇ ਹੋ ਗਿਆ, ਪਰ ਉਹ ਜਿਹੜਾ ਉਹਦਾ ਬਰਥ ਸੀਗਾ ਸਟਿਲ ਬੋਰਨ ਹੋਇਆ, ਮਤਲਬ ਉਹਦੀ ਮੌਤ ਹੋ ਚੁੱਕੀ ਸੀ ਜਨਮ ਵੇਲੇ ਉੱਥੇ। ਜਿਹੜੇ ਨਦਰਨ ਫਸਟ ਨੇਸ਼ਨ ਇਹ ਲੋਕ ਨੇ, ਇੱਥੇ ਐਮਰਜੈਂਸੀ ਰਿਸਪੌਂਸ ਨੂੰ ਕਈ ਵਾਰੀ ਘੰਟੇ ਲੱਗ ਜਾਂਦੇ ਆ ਮਿੰਟ ਦੀ ਬਜਾਏ, ਤੇ ਇਹਦੇ ਹਮੇਸ਼ਾ ਹੀ ਉਹ ਕਾਲ ਕਰਦੇ ਰਹੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਮੈਡੀਕਲ ਸਰਵਿਸਿਜ਼ ਫੈਸਿਲਿਟੀਜ਼ ਆ ਇੱਥੇ ਇੰਪਰੂਵ ਕੀਤੀਆਂ ਜਾਣ। PMC ਕੈਂਪ ਕਰੀ ਨੇਸ਼ਨ ਦਾ ਨਰਸਿੰਗ ਸਟੇਸ਼ਨ ਆ ਇੱਥੇ, ਤੇ ਉੱਥੇ ਦੱਸਦੇ 12 ਪ੍ਰਾਇਮਰੀ ਕੇਅਰ ਨਰਸਿਸ ਚਾਹੀਦੀਆਂ ਮੈਨੀਟੋਬਾ ਦੇ ਵਿੱਚ ਹਰ ਦਿਨ, ਤੇ ਐਵਰੇਜ ਉੱਥੇ ਇਸ ਵੇਲੇ 7 ਨਰਸਿਸ ਡਿਊਟੀ ਦੇ ਉੱਤੇ ਦੱਸੀਆਂ ਜਾ ਰਹੀਆਂ ਆ। 2 ਨਵੇਂ ਹੈਲਥ ਸੈਂਟਰ ਜਿਹੜੇ ਇਸ ਵੇਲੇ ਉੱਥੇ ਰੀਜਨ ਦੇ ਵਿੱਚ ਬਣਾਏ ਆ, ਜਿਨ੍ਹਾਂ ਦੀ ਕੀਮਤ ਲਗਭਗ 180 ਮਿਲੀਅਨ ਡਾਲਰ ਦੱਸੀ ਜਾ ਰਹੀ ਆ। ਫੈਸਿਲਿਟੀਜ਼ ਦੇ ਵਿੱਚ ਡਾਇਲਿਸਿਸ ਵੀ ਆ, ਤੇ ਹੋਰ ਜਿਹੜੀ ਕੇਅਰ ਵੀ ਆ, ਤੇ ਬਾਕੀ ਚੀਜ਼ਾਂ ਵੀ ਉੱਥੇ ਹੈਗੀਆਂ ਆ। ਪਰ ਪਾਪੂਲੇਸ਼ਨ ਜਿਹੜੀ ਉੱਥੋਂ ਦੀ ਇਸ ਵੇਲੇ 8000 ਦੇ ਨੇੜੇ ਤੇੜੇ ਦੱਸੀ ਜਾ ਰਹੀ ਹੈ। 2000 ਆਫਿਸਰ ਵੀ ਉੱਥੇ ਰਹਿੰਦੇ ਆ। ਤੇ PMC ਕੈਂਪ ਕਰੀ ਨੇਸ਼ਨ ਦੇ ਜਿਹੜੇ ਵਾਈਸ ਚੀਫ ਹੈਗੇ, ਉਹਨੇ ਇਹ ਕਿਹਾ ਕਿ ਫੈਸਿਲਿਟੀ ਸਾਰੀ ਹੈਗੀ ਆ, ਪਰ ਸਾਡਾ ਇਸ਼ੂ ਇਹ ਆ ਕਿ ਇਹਨਾਂ ਨੂੰ ਫਿਜ਼ੀਸ਼ੀਅਨ ਤੇ ਨਰਸਿਸ ਚਾਹੀਦੇ ਆ ਇੱਥੇ। ਇੰਡੀਜੀਨੀਅਸ ਸਰਵਿਸਿਜ਼ ਕੈਨੇਡਾ ਇਸ ਮਾਮਲੇ ਦੇ ਵਿੱਚ ਕਹਿ ਰਹੀ ਹੈ ਕਿ ਜਿਹੜੀ ਇੱਥੇ ਫੈਸਿਲਿਟੀ ਦੇ ਵਿੱਚੋਂ ਸਟਾਫ ਸੀ ਉਹਨੂੰ ਮੂਵ ਕਰ ਦਿੱਤਾ ਗਿਆ ਨਵੀਂ ਥਾਵਾਂ ਦੇ ਉੱਤੇ, ਤੇ ਸਾਨੂੰ ਹੋਰ ਸਟਾਫ ਇੱਥੇ ਚਾਹੀਦਾ ਹੈ। ਇਹਨਾਂ ਲੋਕਾਂ ਦੇ ਨਾਲ ਪਹਿਲਾਂ ਤੋਂ ਹੀ ਕਿਤੇ ਨਾ ਕਿਤੇ ਧੱਕਾ ਹੁੰਦਾ ਆਇਆ। ਹੁਣ ਕਿਉਂਕਿ ਉਹ ਰਿਜ਼ਰਵ ਦੇ ਵਿੱਚ ਤੇ ਬਹੁਤ ਦੂਰ ਮੇਨ ਸ਼ਹਿਰਾਂ ਤੋਂ ਇਹ ਰਹਿੰਦੇ ਆ, ਉੱਥੇ ਤੱਕ ਲਿਜਾਉਣ ਦੇ ਲਈ ਸਮਾਂ ਵੀ ਲੱਗਦਾ, ਉੱਥੇ ਇਹਨਾਂ ਦੀ ਉਨੀ ਫੈਸਿਲਿਟੀ ਹੈ ਨਹੀਂ। ਹੁਣ ਇਹਨੇ ਮੈਨਿਊ ਜਿਹੜਾ ਇਹਦਾ ਨਾਂ ਆ ਔਰਤ ਦਾ, ਇਹਨੇ ਰੋ ਰੋ ਕੇ ਆਪਣੀ ਕਹਾਣੀ ਦੱਸੀ ਹੈ ਵੀ ਜੇ ਅੱਜ ਤੁਸੀਂ ਥੋੜ੍ਹੀ ਜਿਹੀ ਸਹੂਲਤ ਉੱਥੇ ਜ਼ਿਆਦਾ ਦੇ ਦਿੰਦੇ, ਜਾਂ ਉਹ ਐਂਬੂਲੈਂਸ ਟਾਈਮ ਦੇ ਉੱਤੇ ਆ ਜਾਂਦੀ ਹੈ, ਐਂਬੂਲੈਂਸ ਜਿਹਨੇ ਲੈ ਕੇ ਜਾਣਾ ਸੀ, ਤਾਂ ਮੇਰਾ ਬੱਚਾ ਬਚ ਸਕਦਾ ਸੀ। ਲਗਾਤਾਰ ਦੇਖੋ, ਹਾਲਾਂਕਿ ਮੇਨ ਸ਼ਹਿਰਾਂ ਦੇ ਵਿੱਚ ਵੀ ਇਹੀ ਸੰਕਟ ਆ, ਪਰ ਜਿਹੜੇ ਇੰਟੀਰੀਅਰ ਦੇ ਵਿੱਚ ਰਹਿੰਦੇ ਆ, ਜਿੱਥੇ ਹੈ ਹੀ ਨਹੀਂ ਇਹ ਸਹੂਲਤ, ਉਹਨਾਂ ਨੂੰ ਵੱਡੇ ਹਸਪਤਾਲ ਦੇ ਵਿੱਚ ਲਿਜਾਣਾ ਹੀ ਪਊਗਾ। ਉੱਥੇ ਜਿਹੜੀ ਇਹ ਸਮੱਸਿਆ ਹੈ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਆ ਰਹੀ ਹੈ।
ਇਲੀਗਲ ਬਾਰਡਰ ਕ੍ਰਾਸਿੰਗ ਕੈਨੇਡਾ ਤੇ ਅਮਰੀਕਾ ਦੋਵਾਂ ਦੇ ਵਿੱਚ ਇੱਕ ਸਮੱਸਿਆ ਹੈ। ਬਹੁਤੇ ਲੋਕ ਜਿਹੜੇ ਆ, ਕਈ ਦੇਸ਼ ਆ ਜਿਨ੍ਹਾਂ ਦੇ ਨੂੰ 30-40 ਦੇਸ਼ ਨੇ ਜਿਨ੍ਹਾਂ ਨੂੰ ਕੈਨੇਡਾ ਦੇ ਵਿੱਚ ਆਉਣ ਦੇ ਲਈ ਵੀਜ਼ਾ ਨਹੀਂ ਲੈਣਾ ਪੈਂਦਾ। ਉਹ ਕੈਨੇਡਾ ਆ ਜਾਂਦੇ ਆ ਤੇ ਕੈਨੇਡਾ ਤੋਂ ਫਿਰ ਬਾਰਡਰ ਟੱਪ ਕੇ ਅਮਰੀਕਾ ਚਲੇ ਜਾਂਦੇ ਆ। ਕੱਲ੍ਹ ਵੀ ਆਪਾਂ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਤੇ ਹੁਣ ਜਿਹੜੇ ਅਮਰੀਕਾ ਦੇ ਅਧਿਕਾਰੀ ਨੇ ਉਹ ਇਸ ਗੱਲ ਦੇ ਉੱਤੇ ਚਿੰਤਾ ਪੈਦਾ ਕਰ ਰਿਹਾ ਕਿ ਲੋਕ ਇਹਨੂੰ ਇੱਕ ਰਸਤੇ ਵਜੋਂ ਵਰਤ ਰਹੇ ਆ ਕੈਨੇਡਾ ਨੂੰ ਅਮਰੀਕਾ ਪਹੁੰਚਣ ਦੇ ਲਈ, ਤੇ ਹਾਲੇ ਦਾ ਕੋਈ ਨਹੀਂ ਇਸ ਵੇਲੇ ਲੱਭ ਰਿਹਾ। ਸਮੱਸਿਆ ਇੱਥੇ ਵੀ ਇਹੀ ਆ ਕਿ ਜਿਹੜੇ ਸਟਾਫ ਆ ਉਹਦੀ ਕਮੀ ਦੱਸੀ ਜਾ ਰਹੀ। ਪਿਛਲੇ ਸਾਲ 1 ਲੱਖ ਬੰਦਾ ਜਿਹੜਾ ਬਾਰਡਰ ਟੱਪ ਕੇ ਗਿਆ, ਜਾਂ ਜਿਹਨਾਂ ਦਾ ਇੱਦਾਂ ਕਹਿ ਲਓ ਕਿ ਉਹ ਕੈਨੇਡਾ ਵੱਲੋਂ ਬਾਰਡਰ ਟੱਪਦਿਆਂ ਦਾ ਅਮਰੀਕਾ ਦੇ ਨਾਲ ਉੱਧਰ ਹੋਮਲੈਂਡ ਸਿਕਿਉਰਿਟੀ ਦੇ ਨਾਲ ਵਾਹ ਪਿਆ, ਤੇ ਜਿਹੜਾ 2020 ਨਾਲੋਂ 3 ਗੁਣਾ ਜ਼ਿਆਦਾ ਦੱਸਿਆ ਜਾ ਰਿਹਾ। 32 ਸਾਲਾਂ ਦਾ ਤਜਰਬਾ ਦੱਸਦਾ ਇਹ ਵਿਅਕਤੀ ਜਿਹੜਾ ਇਹਦੇ ਵਿੱਚ ਕੰਮ ਕਰ ਰਿਹਾ ਆ, ਉਹ ਕਹਿੰਦੇ ਵੀ ਸੀਜ਼ਨਲ ਫਲਕਚੁਏਸ਼ਨ ਹਮੇਸ਼ਾ ਹੁੰਦੀ ਆ ਇਲੀਗਲ ਕ੍ਰਾਸਿਸ ਦੇ ਲਈ, ਕ੍ਰਾਸਿੰਗ ਦੇ ਲਈ ਜਦੋਂ US ਬਾਰਡਰ ਟੱਪ ਕੇ ਲੋਕ ਆਉਂਦੇ ਆ। ਵਿੰਟਰ ਮਹੀਨਿਆਂ ਦੇ ਵਿੱਚ ਇੱਕ ਬਹੁਤ ਵੱਡਾ ਚੈਲੰਜ ਬਣ ਜਾਂਦਾ ਆ, ਤੇ ਤੁਹਾਨੂੰ ਪਤਾ ਹੈ ਕਿ ਕਈ ਜਿਹੜੀਆਂ ਦਰਦਨਾਕ ਮੌਤਾਂ ਇਸੇ ਚੱਕਰ ਦੇ ਵਿੱਚ ਹੋਈਆਂ ਜਦੋਂ ਲੋਕ ਬਾਰਡਰ ਟੱਪਣ ਦੀ ਕੋਸ਼ਿਸ਼ ਕਰ ਰਹੇ ਸੀ। ਤੇ ਹੁਣ ਉੱਥੇ ਜਿਹੜਾ ਸਟਾਫ ਦੀ ਸ਼ਾਰਟੇਜ ਇੱਕ ਵੱਡੀ ਸਮੱਸਿਆ ਬਣ ਰਹੀ ਆ। 6 ਸੈਕਟਰ ਨਦਰਨ ਬਾਰਡਰ ਦੇ ਉੱਤੇ, ਤੇ ਜਿਹੜੀ ਉੱਥੇ ਜ਼ੀਰੋ ਐਪਰੀਹੈਂਸ਼ਨ, ਦੂਜੇ ਪਾਸੇ ਉਹ ਕਹਿੰਦੇ ਇੱਕ ਸੈਕਟਰ ਸਾਡੇ ਕੋਲ ਇਹ ਆ ਜਿੱਥੇ 37 ਐਪਰੀਹੈਂਸ਼ਨਸ ਹੋਈਆਂ ਦੱਸੀਆਂ ਗਈਆਂ ਆ। ਸੋ ਐਕਟੀਵਿਟੀ ਕੁਛ ਸਪੈਸੀਫਿਕ ਬਾਰਡਰ ਦੇ ਪਾਰਟਸ ਦੇ ਉੱਤੇ ਹੋਣੀ ਅਨਯੂਜ਼ੂਅਲ ਆ, ਤੇ ਇਹ ਇਸ ਗੱਲ ਦਾ ਤਸਵੀਰ ਆ ਕਿ ਜੋ ਕੁਛ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਹੈ ਜਾਂ ਇਹ ਸਮੱਸਿਆ ਵਧਣੀ ਆ। 2014 ਤੋਂ ਲੈ ਕੇ 2019 ਤੱਕ ਸਾਊਥ ਟੈਕਸਸ ਬੇਸਿਕਲੀ ਐਪੀਸੈਂਟਰ ਰਿਹਾ ਮਾਈਗ੍ਰੇਸ਼ਨ ਦਾ। ਬਹੁਤ ਹੀ ਮਾਈਗ੍ਰੇਸ਼ਨ ਇੱਥੇ ਹੋਈ ਆ। ਜਿਹੜੇ ਨਾਰਕਾਟਿਕ ਫਲੋਜ਼ ਨੇ ਤੇ ਜਿਹੜੇ ਟ੍ਰੈਫਿਕ ਪੂਰੇ ਐਂਟਾਇਰ ਸਾਊਥ ਵੈਸਟ ਬਾਰਡਰ ਦੇ ਉੱਤੇ, ਇਹ ਇੱਕ ਸਭ ਤੋਂ ਜ਼ਿਆਦਾ ਫਲੋ ਪਿਛਲੇ ਸਮੇਂ ਦੇ ਵਿੱਚ ਇਹਦਾ ਰਿਹਾ ਦੱਸਿਆ ਜਾ ਰਿਹਾ। ਸਮਗਲਿੰਗ, ਨਸ਼ੇ ਦੀ ਤਸਕਰੀ, ਤੇ ਜਿਹੜੀ ਜਿਹੜਾ ਟ੍ਰੈਫਿਕ ਆ ਇਹਨੂੰ ਇੱਧਰੋਂ ਉੱਧਰ ਲੈ ਕੇ ਜਾਣਾ, ਇਹ ਸਾਰੀਆਂ ਗੱਲਾਂ ਆਪਸ ਦੇ ਵਿੱਚ ਕਿਤੇ ਨਾ ਕਿਤੇ ਜੁੜਦੀਆਂ ਆ। ਤੇ ਜਿਹੜੀ ਮਾਈਗ੍ਰੇਸ਼ਨ ਪਾਪੂਲੇਸ਼ਨ ਉਹ ਕੈਨੇਡਾ ਦੇ ਵਿੱਚ ਇਸੇ ਕਰਕੇ ਆ ਰਹੀ ਆ ਤਾਂ ਕਿ ਇੱਥੋਂ ਉਹ ਦੂਜੇ ਪਾਸੇ ਜਾ ਸਕੇ ਤੇ ਉੱਥੇ ਆਪਣਾ ਜੀਵਨ ਜਿਹੜਾ ਆ ਉਹ ਬਸਰ ਕਰ ਸਕੇ। ਸੋ ਇਹਦਾ ਹੱਲ ਹਜੇ ਤੱਕ ਕੋਈ ਵੀ ਨਜ਼ਰ ਨਹੀਂ ਆ ਰਿਹਾ। ਇਹ ਜਿਹੜੀ ਇਲੀਗਲ ਕ੍ਰਾਸਿੰਗ ਆ, ਜਿਹੜੇ ਉੱਧਰੋਂ ਕੈਨੇਡਾ ਦੇ ਵਿੱਚ ਵੀ ਆਉਂਦੇ ਆ ਲੋਕ ਜਿਹੜੇ ਆ ਆਪਣੇ ਅਸਾਈਲਮ ਦੇ ਲਈ, ਉਹ ਕੈਨੇਡਾ ਦੇ ਲਈ ਇੱਕ ਵੱਡੀ ਸਮੱਸਿਆ ਬਣੀ ਆ। ਪਰ ਬਹੁਤੇ ਲੋਕ ਅਮਰੀਕਾ ਵਾਲੇ ਪਾਸਿਓਂ ਦੂਜੇ ਪਾਸੇ ਨੂੰ ਜਾਂਦੇ ਆ, ਜਿਹੜੇ ਉੱਥੇ ਔਰ ਏਜੰਟ ਬਹੁਤ ਸਾਰੇ ਨੇ ਜਿਹੜੇ ਇਹ ਸਾਰੇ ਕੁਛ ਨੂੰ ਕਰਦੇ ਆ। ਤੇ ਕਈ ਕੁਛ ਜਿਹੜਾ ਇਹਦਾ ਹੈਗਾ ਆ ਕਿ ਜਿੰਨੇ ਲੋਕ ਉੱਥੇ ਡਿਪਲੋਏ ਕੀਤੇ ਜਾਂਦੇ ਜਿਹੜੇ ਇਹਨਾਂ ਨੂੰ ਚੈੱਕ ਕਰਦੇ ਆ, ਉਹਨਾਂ ਦੀ ਗਿਣਤੀ ਵੀ ਕਿਤੇ ਨਾ ਕਿਸੇ ਤਰ੍ਹਾਂ ਘੱਟ ਦੱਸੀ ਜਾ ਰਹੀ। ਜਿਹੜੀ ਸਟਾਫਿੰਗ ਸ਼ਾਰਟੇਜ ਆ ਉਹ ਇੱਕ ਵੱਡਾ ਇਸ ਮਾਮਲੇ ਦੇ ਵਿੱਚ ਜਿਹੜਾ ਸਮੱਸਿਆ ਬਣੀ ਹੈ, ਤੇ ਜਿੰਨਾ ਚਿਰ ਉਹ ਠੀਕ ਨਹੀਂ ਹੁੰਦੀ ਉਹਨਾਂ ਚਿਰ ਇਹ ਸਮੱਸਿਆ ਬਣੀ ਰਹੂਗੀ। ਇਹਦੇ ਉੱਤੇ ਖਾਸ ਤੌਰ ਦੇ ਉੱਤੇ ਅਮਰੀਕੀ ਅਧਿਕਾਰੀਆਂ ਨੇ ਚਿੰਤਾ ਪੈਦਾ ਕੀਤੀ ਹੈ ਕਿ ਇਹ ਵੀ ਸਵਾਲ ਕਰਦੇ ਆ ਕਿ ਕੈਨੇਡਾ ਦੀ ਜਿਹੜੀ ਵੀਜ਼ਾ ਪਾਲਿਸੀ ਹੈ ਇਹੀ ਤਾਂ ਨਹੀਂ ਸਾਰੀ ਸਮੱਸਿਆ ਦੀ ਜੜ, ਵੀ ਹਰ ਇੱਕ ਕਿਸੇ ਨੂੰ ਕੈਨੇਡਾ ਵੀਜ਼ਾ ਦੇ ਕੇ ਇੱਥੇ ਸੱਦੀ ਜਾਂਦਾ, ਤੇ ਲੋਕ ਇੱਥੋਂ ਆ ਕੇ ਫਿਰ ਜਿਹਨੇ ਸਿੱਧਾ ਅਮਰੀਕਾ ਜਾਣਾ ਕਿਸੇ 2 ਨੰਬਰ ਦੇ ਵਿੱਚ ਉਹ ਇਹ ਸੋਚਦਾ ਵੀ ਪਹਿਲਾਂ ਕੈਨੇਡਾ ਦਾ ਵੀਜ਼ਾ ਤਾਂ ਮਿਲ ਹੀ ਜਾਣਾ, ਕੈਨੇਡਾ ਚਲ ਜਾਓ, ਤੇ ਇੱਥੋਂ ਦੂਜੇ ਪਾਸੇ ਚਲ ਜਾਂਦੇ ਆ। 50 ਕੰਟਰੀਜ਼ ਨੇ ਜਿਹੜੇ ਕੈਨੇਡਾ ਦੇ ਵਿੱਚ ਐਂਟਰ ਕਰ ਸਕਦੀਆਂ ਸ਼ਾਰਟ ਟ੍ਰਿਪ ਦੇ ਉੱਤੇ ਬਿਨਾਂ ਵੀਜ਼ੇ ਤੋਂ। ਤੇ ਹੁਣ ਜਿਹੜੀਆਂ US ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਆ ਉਹਨਾਂ ਨੇ ਇਹ 55,736 ਐਨਕਾਊਂਟਰ ਰਿਕਾਰਡ ਕੀਤੇ ਆ ਕੈਨੇਡਾ US ਬਾਰਡਰ ਦੇ ਉੱਤੇ, ਜਿਹੜੇ ਲੋਕ ਇਨਐਡਮਿਸਿਬਲ ਸੀਗੇ, ਜਿਹੜੇ ਇੱਥੇ ਆ ਨਹੀਂ ਸਕਦੇ। ਤੇ 24,000 ਤੋਂ ਜ਼ਿਆਦਾ ਜਿਹੜੇ ਪਿਛਲੇ ਸਾਲ ਦੇ ਵਿੱਚ ਹੋਏ ਆ, ਉਹ ਤੋਂ ਪਿਛਲੇ ਸਾਲ ਦੇ ਵਿੱਚ ਉਹ ਤੋਂ ਲਗਭਗ ਦੁੱਗਣੇ, ਇੱਕ ਸਾਲ ਦੇ ਵਿੱਚ 24,000 ਤੇ ਦੂਜੇ ਸਾਲ ਦੇ ਵਿੱਚ 55,736 ਬਾਰਡਰ ਦੇ ਉੱਤੇ ਉਹਨਾਂ ਨੂੰ ਰੋਕਿਆ ਗਿਆ। ਸੋ ਜੇ ਇਹਨਾਂ 50 ਦੇਸ਼ਾਂ ਤੋਂ ਲੋਕ ਇੱਥੇ ਆ ਜਾਂਦੇ ਆ ਜਿਹਨਾਂ ਨੂੰ ਵੀਜ਼ੇ ਦੀ ਨਹੀਂ ਲੋੜ, ਤਾਂ ਉਹ ਇੱਥੋਂ ਆ ਕੇ ਫਿਰ ਅਮਰੀਕਾ ਜਾਣ ਦੀ ਕੋਸ਼ਿਸ਼ ਕਰਦੇ, ਜਿਹੜਾ ਇੱਕ ਅਮਰੀਕਾ ਨਿਵਾਸੀਆਂ ਦੇ ਲਈ ਵੱਡਾ ਜਿਹੜਾ ਇਸ ਵੇਲੇ ਸੰਕਟ ਬਣਿਆ ਹੋਇਆ ਹੈ। ਤੇ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਉਹ ਰੋਕਣਾ ਚਾਹੁੰਦੇ ਆ ਕਿ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕ ਲਈਏ, ਪਰ ਹਜੇ ਕੋਈ ਵੀ ਚਾਂਸ ਇਹਦੇ ਵਿੱਚ ਉਹਨਾਂ ਨੂੰ ਦਿਖ ਨਹੀਂ ਰਿਹਾ ਕਿ ਕਿਸੇ ਤਰੀਕੇ ਦੇ ਨਾਲ ਇਹਨੂੰ ਰੋਕਿਆ ਜਾ ਸਕੇ। ਤੇ ਇਹ ਸਮੱਸਿਆ ਜਿਹੜੀ ਫਿਲਹਾਲ ਦੇ ਲਈ ਲਗਾਤਾਰ ਵੱਧਦੀ ਜਾ ਰਹੀ ਆ, ਤੇ ਇਹ ਪ੍ਰੋਬਲਮ ਜਿਹੜੀ ਆ ਹੌਲੀ ਹੌਲੀ ਜਿੱਦਾਂ ਕਿਉਂਕਿ ਗਿਣਤੀ ਹਰ ਸਾਲ ਦੁੱਗਣੀ ਤਿੱਗਣੀ ਵੱਧ ਰਹੀ ਆ, ਤੇ ਦੁੱਗਣੀ ਤਿੱਗਣੀ ਗਿਣਤੀ ਵਧਣ ਦਾ ਸਿੱਧਾ ਹੀ ਨਤੀਜਾ ਹੈ ਕਿ ਜਿਹੜੀਆਂ ਵੀਜ਼ਾ ਪਾਲਿਸੀ ਜਾਂ ਹੋਰ ਕਿਸੇ ਪਾਸੇ ਕੈਨੇਡਾ ਨੂੰ ਵੀ ਕੁਝ ਹੋਰ ਰੋਲ ਕਰਨਾ ਪਊਗਾ, ਜਾਂ ਉੱਥੇ ਬਾਰਡਰ 'ਤੇ ਸਟਾਫ ਜ਼ਿਆਦਾ ਲਾਉਣਾ ਪਊਗਾ, ਤਾਂ ਜਾ ਕੇ ਇਹ ਸਮੱਸਿਆ ਹੱਲ ਹੋ ਸਕਦੀ ਹੈ। ਨਹੀਂ ਤਾਂ ਅਮਰੀਕਾ ਦੇ ਲਈ ਇੱਕ ਵੱਡੀ ਸਮੱਸਿਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਣਦੀ ਨਜ਼ਰ ਆ ਰਹੀ।
ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਘਰਾਂ ਦੀਆਂ ਕੀਮਤਾਂ ਲਗਭਗ 18% ਜਿਹੜੀਆਂ ਲਾਸਟ ਫਰਵਰੀ ਨਾਲੋਂ ਘਟੀਆਂ ਦੱਸੀਆਂ ਗਈਆਂ ਆ, ਤੇ ਜਿਹੜੀਆਂ ਪ੍ਰਾਪਰਟੀ ਸੋਲਡ ਕੀਤੀਆਂ ਉਹ ਵੀ ਪਿਛਲੀ ਫਰਵਰੀ ਨਾਲੋਂ ਅੱਧੀਆਂ ਰਹਿ ਗਈਆਂ। ਸੋ ਸੇਲ ਅੱਧੀ ਰਹਿ ਗਈ, ਕੀਮਤਾਂ 18% ਘਟ ਗਈਆਂ। ਟੋਰਾਂਟੋ ਰੀਜਨਲ ਰੀਅਲ ਏਸਟੇਟ ਬੋਰਡ ਜਿਹੜਾ ਉਹਨਾਂ ਨੇ ਦੱਸਿਆ ਸ਼ੁੱਕਰਵਾਰ ਨੂੰ ਜਾਣਕਾਰੀ ਦੇ ਵਿੱਚ ਕਿ ਜਿਹੜੀ ਐਵਰੇਜ ਸੈਲਿੰਗ ਪ੍ਰਾਈਸ ਆ ਫਰਵਰੀ ਦੇ ਵਿੱਚ ਉਹ $1 ਮਿਲੀਅਨ ਦੇ ਨੇੜੇ ਤੇੜੇ ਦੱਸਿਆ ਜਾ ਰਿਹਾ, ਜਿਹੜਾ ਕਿ 5% ਹਾਇਰ ਆ ਐਵਰੇਜ ਜਨਵਰੀ ਦੇ ਪ੍ਰਾਈਸ ਨਾਲੋਂ, ਜਿਹੜਾ ਜਨਵਰੀ ਦੇ ਵਿੱਚ ਪ੍ਰਾਈਸ ਐਵਰੇਜ ਦੱਸਿਆ ਗਿਆ ਸੀ। ਇੰਟਰਸਟ ਰੇਟ ਵੱਧ ਗਏ, ਸਾਰੇ ਕੁਛ ਦੇ ਨਾਲ ਜਿਹੜੀਆਂ ਕੀਮਤਾਂ ਥੱਲੇ ਆ ਗਈਆਂ, ਸੇਲ ਘਟ ਗਈ, ਤੇ ਜਿਹੜੀਆਂ ਪੈਂਡੈਮਿਕ ਦੇ ਵਿੱਚ ਬਹੁਤ ਉੱਤੇ ਸੀ, ਬਾਇਰ ਜਿਹੜੇ ਆ ਉਹ ਮਾਰਕੀਟ ਦੇ ਵਿੱਚ ਪਾਸੇ ਹੋ ਕੇ ਬੈਠ ਗਏ, ਉਡੀਕਣ ਲੱਗ ਪਏ ਕਿ ਕਦੋਂ ਜਿਹੜੇ ਇਹਦਾ ਇੰਟਰਸਟ ਰੇਟ ਆ ਉਹ ਘਟੂਗਾ ਤੇ ਫਿਰ ਅਸੀਂ ਲਵਾਂਗੇ ਜਾਂ ਮਾਰਕੀਟ ਦੇ ਵਿੱਚ ਹੋਰ ਜ਼ਿਆਦਾ ਘਰ ਆਉਣਗੇ। ਸੋ ਐਵਰੇਜ ਸੈਲਿੰਗ ਪ੍ਰਾਈਸ ਜਿਹੜਾ ਲੈਵਲ ਹੋ ਰਿਹਾ ਆ ਤੇ ਥੱਲੇ ਵੱਲ ਨੂੰ ਟ੍ਰੈਂਡ ਕਰ ਰਿਹਾ ਦੱਸਿਆ ਜਾ ਰਿਹਾ ਆ, ਤੇ ਕੁਛ ਜਿਹੜੇ ਬਾਇਰਸ ਨੇ ਉਹ ਥੋੜ੍ਹੇ ਜਿਹੜੀਆਂ ਕੀਮਤਾਂ ਵਾਲੇ ਘਰ ਨੇ ਉਹਨਾਂ ਨੂੰ ਖਰੀਦ ਰਹੇ ਆ, ਪਰ ਬਹੁਤੇ ਨਹੀਂ ਖਰੀਦ ਰਹੇ ਕਿਉਂਕਿ ਉਹਦੇ ਵਿੱਚ ਇੰਟਰਸਟ ਰੇਟ ਬਹੁਤ ਜ਼ਿਆਦਾ ਆ। ਸੋ ਰੋਜ਼ ਹੀ ਸਾਡੇ ਕੋਲ ਜਿਹੜੀਆਂ ਇਹ ਸਟੇਟਮੈਂਟਸ ਆਉਂਦੀਆਂ, ਕਦੇ ਕਿਸੇ ਰੀਅਲ ਏਸਟੇਟ ਬੋਰਡ ਦੀ, ਕਦੇ ਕਿਸੇ ਰੀਅਲ ਏਸਟੇਟ ਬੋਰਡ ਦੀ, ਲਾਹ ਪਾ ਕੇ ਗੱਲ ਸਾਰਿਆਂ ਦੀ ਹਜੇ ਇਹੀ ਆ ਵੀ ਲੋਕ ਘਰ ਲੈ ਨਹੀਂ ਰਹੇ, ਲਗਭਗ ਰੁਕ ਗਏ ਆ, ਅੱਧ ਦੇ ਵਿੱਚ ਆ ਗਿਆ ਜੇਕਰ ਪਿਛਲੇ ਸਾਲ ਨਾਲ ਦੇਖਿਆ ਜਾਵੇ। ਤੇ ਜਿਹੜੀਆਂ ਪਰਚੇਜ਼ਸ ਨੇ ਉਹ ਘਟ ਗਈਆਂ ਨੇ। ਜਦੋਂ ਇੰਟਰਸਟ ਰੇਟ ਥੱਲੇ ਆਉਣਗੇ ਇਸ ਸਾਲ ਦੇ ਆਖਰ ਵਿੱਚ ਜਾਂ ਅਗਲੇ ਸਾਲ ਦੇ ਸ਼ੁਰੂ ਵਿੱਚ, ਉਸ ਵੇਲੇ ਜਿਹੜਾ ਅੰਦਾਜ਼ਾ ਕੋਈ ਲੱਗ ਸਕਦਾ ਆ। ਫਰਵਰੀ ਦੀ ਸੇਲ 4783 ਆ ਜਿਹੜੀ ਡਾਊਨ ਹੋਈ ਆ 47%, 9000 ਤੋਂ ਲੈ ਕੇ, ਮਤਲਬ ਫਰਵਰੀ ਦੇ ਵਿੱਚ ਜਿਹੜੀ ਘਰ ਵਿਕੇ ਸੀ 9028 ਤੇ ਇਸ ਵੇਲੇ ਵਿਕਿਆ ਉਹ ਪਿਛਲੇ ਸਾਲ ਫਰਵਰੀ ਦੇ ਵਿੱਚ 9028 ਸੀ, ਤੇ ਜਿਹੜੇ ਇਸ ਸਾਲ 4700 ਤੇ 83 ਘਰ ਵਿਕਿਆ। ਸੋ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਇਹ ਬਹੁਤ ਥੱਲੇ ਜਿਹੜੇ ਆ ਰਹੇ ਆ। ਲਿਸਟਿੰਗ ਵੀ ਘਰਾਂ ਦੀ ਮਾਰਕੀਟ ਦੇ ਵਿੱਚ ਘਰ ਜਿਹੜੇ ਆ ਉਹ ਕਾਫੀ ਜ਼ਿਆਦਾ ਘੱਟ ਲੱਗ ਰਹੇ ਆ ਜੇਕਰ ਇਹਨਾਂ ਨੂੰ ਪਿਛਲੇ ਸਾਲ ਦੇ ਮੁਕਾਬਲੇ ਦੇਖਿਆ ਜਾਵੇ। ਦੋਸਤੋ, ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।